कबीर सेवा दोए भले एक संत एक राम जो दाता मुकुट को संत जपावा नाम काला मैं जावे नहीं फदिया मैं फिरा नहीं फरिया मैं फिरा लोग कहन दरवे बोलो सतनाम श्री वाहेगुरु जी। बिना खंग दे खंगदा बिना खंग दे खंगदा एक दिन खंगिया जाना नहीं नाम बाणी दे बाजों पर चल लगिया जाना नहीं नाम बाणी दे बाजों पर चल लगिया जाना नहीं। क्यों कर दे मेरी मेरी जग जाग नादा मेला इथे ना तेरी ना मेरी पल्ले भी रहना तेला इथे ना तेरी ना मेरी पल्ले भी रहना तेला खाली हथ आया है हथ कर मंगिया जाना नहीं नाम बाणी दे बातों नाम बाणी दे बातों भव चल लंघिया जाना नहीं।
ਜੋ ਰੱਬ ਨੂੰ ਤੀਰ ਚਲਾਉਂਦੇ ਜਾਵੇ ਹਜ਼ਾਰ ਵਰਗੇ ਜੋ ਕਾਲ ਪਕੜਨਾ ਚਾਹੁੰਦੇ ਉਹ ਕੂਦ ਜਾਨੋਂ ਤਰ ਗਏ ਜੋ ਕਾਲ ਪਕੜਨਾ ਚਾਹੁੰਦੇ ਉਹ ਕੂਦ ਜਾਨੋਂ ਤਰ ਗਏ ਹਰ ਨਾਕਸ਼ ਵਾਂਗੂ ਇੱਕ ਦਿਨ ਹਰ ਨਾਕਸ਼ ਵਾਂਗੂ ਇੱਕ ਦਿਨ ਹੀ ਤੂੰ ਫੰਦਿਆ ਜਾਣਾ ਨਹੀਂ ਨਾਮ ਬਣੀ ਤੇ ਬਾਜੋ ਭਵ ਜਲ ਲੰਘਿਆ ਜਾਣਾ ਨਹੀਂ ਨਾਮ ਬਣੀ ਦੇ ਬਾਝੋਂ ਪਵ ਜਲ ਲੰਘਿਆ ਜਾਣਾ ਨਹੀਂ ਜੇ ਬੰਦਗੀ ਨਾ ਕੀਤੀ ਇਹ ਤੈਨੂੰ ਬੰਦਾ ਅਖਵਾਉਣ ਦਾ ਕੀ ਫਾਇਦਾ ਹੋ ਉੱਚੇ ਵੇਖ ਕੇ ਕਿਸੇ ਦੇ ਮਹਿਲ ਸੋਹਣੇ ਤੇ ਕੁਲੀ ਆਪਣੀ ਢੋਣ ਦਾ ਕੀ ਫਾਇਦਾ ਸਾਧ ਸੰਗਤ ਵਿੱਚ ਆਣ ਕੇ ਤਾਨੀ ਗਾ ਰੇ ਗਾ ਮਾ ਗਾ ਰੇ ਸਾਧ ਸੰਗਤ ਵਿੱਚ ਆਣ ਕੇ ਜੇ ਸ਼ਾਨ ਦੀ ਨਾ ਤੇ ਸਾਧ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਤੇ ਸਾਧ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਛੱਡ ਮਾਨ ਝੂਠੀ ਵਡਿਆਈ ਤੋ ਫੇਨੀ ਨਿਤ ਨਿਤ ਮਿਲਦੇ ਛੱਡ ਭੋਰ ਵਾਸ ਹਥਿਆਰ ਨਹੀਂ ਫੁੱਲ ਹਮੇਸ਼ਾ ਖਿਲਦੇ ਹੋ ਨਾਮ ਰੰਗਣ ਬਿਨ ਕੋਮਲ ਨਾਮ ਰੰਗਣ ਬਿਨ ਕੋਮਲ ਇਹ ਮਨ ਰੰਗਿਆ ਜਾਣਾ ਨਹੀਂ ਨਾਮ ਬਾਣੀ ਦੇ ਬਾਝੋਂ ਭਵ ਜਲ ਲੰਘਿਆ ਜਾਣਾ ਨਹੀਂ ਨਾਮ ਬਾਣੀ ਦੇ ਬਾਝੋਂ ਭਵ ਜਲ ਲੰਘਿਆ ਜਾਣਾ ਨਹੀਂ ਹੋ ਨਾਮ ਬਾਣੀ ਦੇ ਬਾਝੋਂ ਭਵ ਜਲ ਲੰਘਿਆ ਜਾਣਾ ਨਹੀਂ ਉਹ ਭਵ ਜਲ ਲੰਘਿਆ ਜਾਣਾ ਨਹੀਂ ਉਹ ਭਵ ਜਲ ਲੰਘਿਆ ਜਾਣਾ ਨਹੀਂ ਹੋ खुदा की कादर करीम है रहमत 15 ਦਿਨ ਦੇਖਦੇ ਤਾਂ ਬੜੇ ਹੋਣੇ बख्शे तो तेरी रजा ना बख्शे तो ਆਨ तेरी ਕਰਕੇ ਆਇਆ मर्जी। ਕੈਮਰਾ ਆਨ ਕਰਕੇ ਇੰਨੇ ਜਣੇ ਵੇਖਦੇ ਪਏ ਨੇ। खुदा की रहमत से संसार की अबावत है अबावत से संसार चलता है बख्शे तो अकाल की मर्जी संगत देने के लिए बहुत आपका शुक्रिया है सुवास देकर बख्शिश करता है तो आपके खुदा की मर्जी संगत में बैठ कर के आनंद मानने की दात जो आपने दी है उस दात को नमस्कार करा ये मेरे खुदा की मर्जी और महान शहीदां दे अस्थान ते दीन दुनिया दे मालक
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ, ਜਿਨ੍ਹਾਂ ਦੀ ਛਤਰ ਛਾਇਆ ਹੇਠ ਹਰ ਸਾਲ ਆਪਾਂ ਸ਼ਹੀਦ ਬਾਬਾ ਵੀਰ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਮਨਾਉਂਦੇ ਆ ਰਹੇ ਹਾਂ। ਸੁਭਾਵਿਕ ਸਮਾਂ ਪ੍ਰਾਪਤ ਹੋਇਆ ਹੈ ਕਿ ਉਸ ਅਕਾਲ ਪੁਰਖ ਪਰਮਾਤਮਾ ਦੀ ਉਸਤਤ ਕਰਨ ਦਾ, ਕੁਝ ਗੁਰ ਇਤਿਹਾਸ ਦੀਆਂ ਬਾਤਾਂ ਪਾਉਣ ਦਾ, ਘਰੇ ਹੋਣਾ ਮਾਮਾ ਇੱਥੇ ਦੇਣੇ ਦਾ ਗੁਰੂ ਦੀ ਸੰਗਤ ਵਿੱਚ ਬੈਠੇ ਹੋ ਕੁਝ ਲੈ ਕਰਕੇ ਇੱਥੋਂ ਜਾਣਾ ਹੈ। ਲੈ ਕੇ ਕੁਝ ਉਹ ਜਾਂਦੇ ਨੇ ਜਿਨ੍ਹਾਂ ਦੇ ਕੋਲ ਨਿਮਰਤਾ ਤੇ ਕਿਮਾ ਜਾਚਨਾ ਹੁੰਦੀ ਹੈ। ਮੈਂ ਬੇਨਤੀ ਕਰ ਦੇਵਾਂ, ਮੈਂ ਸਮਝੋ ਕੋਈ ਨਹੀਂ ਕੋਈ ਲੰਗਰ ਗੁਰੂ ਕਾ ਚੱਲ ਰਿਹਾ ਹੈ। ਜੇ ਕੁਝ ਸਮੇਂ ਵਾਸਤੇ ਲੰਗਰ ਸਕੂਲ ਕਰ ਦਿੱਤਾ ਜਾਵੇ ਤੇ ਮੈਂ ਕਹਿੰਦਾ ਵੀ ਇਦੋਂ ਚੰਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ, ਕਿਉਂਕਿ ਰੋਟੀ ਘੜਾ ਲੇੜ ਵੀ ਖਾ ਲਈ ਕੋਈ ਫਰਕ ਨਹੀਂ ਪੈਂਦਾ। ਪਰਮਾਤਮਾ ਦੇ ਨਾਮ ਦਾ ਭੋਜਨ ਜਿਹੜਾ ਹੈ, ਇਹ ਸਾਡੇ ਮਨ ਦਾ ਆਹਾਰ ਹੈ, ਮਨ ਦਾ ਭੋਜਨ ਹੈ, ਤਨ ਦਾ ਭੋਜਨ, ਇਹ ਪ੍ਰਸ਼ਾਦਾ ਹੈ। ਪ੍ਰਸ਼ਾਦੇ ਤੋਂ ਬਗੈਰ ਤਨ ਨਹੀਂ ਚੱਲਦਾ। ਪਰ ਬੇਨਤੀ ਕਰਾਂ, ਕੁਝ ਕੁ ਸਮਾਂ ਅਸੀਂ ਸੰਕੋਚ ਕਰ ਸਕਦੇ ਹਾਂ ਕਿ ਸਾਡਾ ਫਰਜ਼ ਬਣਦਾ ਕਿ ਲੰਗਰ ਜਿਹੜਾ ਕੋਈ ਤਕਰੀਬਨ ਘੰਟਾ ਡੇਢ ਘੰਟਾ ਬੰਦ ਕਰ ਦਈਏ, ਕਿਉਂਕਿ ਰੋਟੀ ਅਸੀਂ ਰੋਜ਼ ਹੀ ਖਾ ਕੇ ਸੌਂਦੇ, ਆਪਣੇ ਘਰੇ ਭੁੱਖਾ ਕੋਈ ਨਹੀਂ ਸੌਂਦਾ। ਇੱਕ ਤਾਂ ਆਵਾਜ਼ ਬੜੀ ਆ ਰਹੀ ਹੈ। ਜਿਨ੍ਹਾਂ ਦੇ ਬੱਚੇ ਗੁਰੂ ਘਰ ਵਿੱਚ ਆਏ ਨੇ, ਜੇ ਉਹ ਮਾਵਾਂ ਨਾਲ ਆਈਆਂ ਨੇ, ਤੇ ਮੇਰੀ ਹੱਥ ਜੋੜ ਕੇ ਬੇਨਤੀ, ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਿਓ। ਰਾਤ ਦਾ ਸਮਾਂ ਕਿਤੇ ਬੱਚੇ ਗਵਾਚ ਨਾ ਜਾਣ। ਉਹ ਨਾ ਹੋਵੇ ਕਿਤੇ ਬੱਚਾ ਉਹਦੇ ਮਾਂ ਨੂੰ ਲੱਭਦਾ ਰਵੇ ਤੇ ਮਾਂ ਜਿਹੜੀ ਲੰਗਰ 'ਚ ਬੈਠੀ ਹੋਵੇ ਤੇ ਸਵੇਰੇ ਦਿਨ ਚੜ੍ਹਦਿਆਂ ਨੂੰ ਪੁੱਛਿਆ ਜਾਵੇ, ਬੀਬੀ ਰਾਤੀ ਲੰਗਰ 'ਚ ਗੁਰੂ ਘਰ ਵਾਸਤੇ ਗਈ ਹੈ, ਗੁਰੂ ਘਰ ਵਿੱਚ ਗਈ ਹੈ, ਕੁਝ ਸੁਣ ਕੇ ਆਈ ਹੈ? ਕਿਤੇ ਇੰਨੀ ਗੱਲ ਨਾ ਮੂੰਹ ਚੋਂ ਨਿਕਲ ਜੇ ਪ੍ਰਸ਼ਾਦਿਆਂ ਦਾ ਸਵਾਦ ਤੱਕ ਹੀ ਆ ਗਈ, ਮੈਂ ਸੁਣਿਆ ਕੁਝ ਨਹੀਂ। ਇਹ ਉਹ ਮਹਾਨ ਮਹਾਂਪੁਰਖਾਂ ਦਾ ਘਰ ਹੈ, ਮਹਾਂਪੁਰਖਾਂ ਦੀ ਇਹ ਧਰਤੀ ਹੈ। ਅਸਲ ਵਿੱਚ ਬਾਬਾ ਵੀਰ ਸਿੰਘ ਨਾਂ ਹੈ। ਆਪਾਂ ਵੀਰ ਸਿੰਘ ਕਹਿੰਦੇ ਆ ਕਿਉਂਕਿ ਮਾਝੇ ਦੇ ਲੋਕਾਂ ਨੇ ਪਹਿਲੋਂ ਇਤਿਹਾਸ ਲਿਖਿਆ ਜਿਹੜਾ, ਉਹ ਵਾਵੇ ਨੂੰ ਬੱਬਾ ਬੋਲਦੇ ਨੇ, ਬੱਬੇ ਨੂੰ ਵਾਹ ਬੋਲਦੇ ਨੇ। ਉਹਨਾਂ ਦੀ ਬੋਲੀ 'ਚ ਫਰਕ ਇਸ ਕਰਕੇ ਬਾਬਾ ਜੀ ਦਾ ਨਾਮ ਬਾਬਾ ਵੀਰ ਸਿੰਘ ਅਸਲ ਵਿੱਚ ਹੈ। ਕਾਰਨ ਇਹ ਹੈ ਕਿ ਅਸੀਂ ਇਸ ਗੁਰੂ ਘਰ ਵਿੱਚ ਆਏ ਆ, ਜੇ ਕੁਝ ਲੈਣ ਵਾਸਤੇ ਆਏ ਆ, ਤੇ ਜਦੋਂ ਤੱਕ ਇਹ ਸੰਗਤ ਵਿੱਚ ਬੈਠਦੇ ਨਹੀਂ, ਮੇਰੇ ਹਿਸਾਬ ਨਾਲ ਸਾਨੂੰ ਕੁਝ ਨਹੀਂ ਮਿਲ ਸਕਦਾ। 12-13 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ, ਗੁਰਬਾਣੀ ਦੇ ਪ੍ਰਵਾਹ ਚੱਲਦੇ ਪਏ ਨੇ, ਗੁਰੂ ਕੇ ਚਰਨਾਂ ਵਿੱਚ ਬੈਠੇ ਹੋ। ਇੱਥੇ ਸਤ ਸੰਗਤ ਕਰੀਏ, ਲੰਗਰ ਪ੍ਰਸ਼ਾਦਾ 2 ਘੰਟੇ ਠਹਿਰ ਕੇ ਵੀ ਛਕ ਲਾਂਗੇ, ਸੇਵਾਦਾਰਾਂ ਨੇ ਸੇਵਾ ਕਰ ਦੇਣੀ ਹੈ। ਪਰ ਜਿਹੜਾ ਭੋਜਨ ਰੱਬ ਦੇ ਘਰ ਦੇ ਵਿੱਚ ਆ ਮਿਲਦਾ ਪਿਆ, ਇਹ ਭੋਜਨ ਸਾਲ ਬਾਅਦ ਆਉਣਾ, ਵਾਰ-ਵਾਰ ਨਹੀਂ ਜੇ ਆਉਣਾ। ਕੁਝ ਕਹਿਣ ਤੋਂ ਪਹਿਲਾਂ ਮੇਰੇ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲਾਈਏ। ਮੇਰੇ ਗੁਰੂ ਸਾਹਿਬ ਕਹਿੰਦੇ ਨੇ, ਆਗਿਆ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਫਤਿਹ ਬੁਲਾਉਣ ਦਾ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਹੈ ਕਿ ਸਿੱਖ ਨੂੰ ਸਿੱਖ ਮਿਲੇ, ਸਿੰਘ ਨੂੰ ਸਿੰਘ ਮਿਲੇ, ਤੇ ਫਤਿਹ ਜ਼ਰੂਰ ਬੁਲਾਉਣੀ ਹੈ। ਫਤਿਹ ਬੁਲਾਉਣ ਦੇ ਨਾਲ ਗੁਰੂ ਹਾਜ਼ਰ ਨਾਜ਼ਰ ਹੋ ਜਾਂਦਾ ਹੈ, ਮਨ ਗੁਰੂ ਨਾਲ ਜੁੜ ਜਾਂਦਾ ਹੈ, ਵਾਹਿਗੁਰੂ ਦਾ ਜਾਪ ਹੋ ਜਾਂਦਾ ਹੈ। ਤੇ ਗੁਰੂ ਦੇ ਪਿਆਰਿਓ, ਫਤਿਹ ਜਿਹੜੀ ਹੈ ਕਦੀ ਢਿੱਲੀ ਨਹੀਂ ਬੁਲਾਉਣੀ ਚਾਹੀਦੀ। ਫਤਿਹ ਗੱਜ ਕੇ ਬੁਲਾਉਣੀ ਚਾਹੀਦੀ ਹੈ। ਜਿਹੜਾ ਬੁਲਾਵੇ ਗੱਜ ਕੇ ਫਤਿਹ, ਉਹਨੂੰ ਮਿਲੇ ਭੱਜ ਕੇ ਫਤਿਹ। ਜਿਹੜਾ ਬੁਲਾਵੇ ਢਿੱਲੀ ਫਤਿਹ, ਉਹਨੂੰ ਕਦੇ ਨਹੀਂ ਮਿਲੀ ਫਤਿਹ। ਜਿਹੜਾ ਬੁਲਾਉਂਦਾ ਨਹੀਂ ਫਤਿਹ, ਉਹਦੀ ਉਤਰਾ ਹੀ ਫਤਿਹ। ਕਿਉਂਕਿ ਗੁਰੂ ਨੇ ਫਤਿਹ ਗੁਰੂ ਦੇ ਸਿੱਖ ਨੂੰ ਬਖਸ਼ਿਸ਼ ਕੀਤੀ ਹੈ। ਇੱਕੋ ਵਾਰ ਕਹੇ ਤੇ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਨੇ, ਅੱਜ ਇੱਕ ਗੱਲ ਬੜੀ ਖੁਸ਼ੀ ਵਾਲੀ, ਅੱਜ ਜ਼ਿਆਦਾ ਤਾਦਾਦ 'ਚ ਮੇਰੀਆਂ ਭੈਣਾਂ ਬੈਠੀਆਂ ਨੇ। ਅੱਗੇ ਗੁਰਮੁਖ ਬੈਠੇ ਹੁੰਦੇ ਸੀ, ਤੇ ਅੱਜ ਗੁਰਮੁਖਾਂ ਨੇ ਭੈਣਾਂ ਦੀ ਰੀਤ ਕਰ ਲਈ ਵੀ ਅਸੀਂ ਲੰਗਰ 'ਚ ਜਾਂਦੇ ਆ, ਭੈਣਾਂ ਨੂੰ ਸੁਣਨ ਵਾਸਤੇ ਬਾਹ ਦਿੰਦੇ ਆ। ਆਓ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਦੋਨੋਂ ਹੱਥ ਜੋੜ ਕੇ ਗੱਜ ਕੇ ਬੁਲਾਈਏ, ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ ਜੰਝੂ ਪਾਉਣ ਵਾਸਤੇ ਕਿਹਾ ਗਿਆ ਸੀ, ਪਰ ਗੁਰੂ ਨਾਨਕ ਦੇ ਪਾਤਸ਼ਾਹ ਨੇ ਪਾਇਆ ਨਹੀਂ, ਕਿਉਂਕਿ ਧੱਕੇ ਨਾਲ ਪਾਇਆ ਜਾਂਦਾ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਸਮੇਂ ਹਿੰਦੂਆਂ ਦੇ ਜੰਝੂ ਲਾਉਣ ਦੀ ਗੱਲ ਹੋਈ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਲਾਉਣ ਨਹੀਂ ਦਿੱਤਾ, ਕਿਉਂਕਿ ਧੱਕੇ ਨਾਲ ਲਾਇਆ ਜਾ ਰਿਹਾ ਸੀ। ਮੈਂ ਇਸ ਪ੍ਰਕਰਮ ਨੂੰ ਤੁਹਾਡੇ ਅੱਗੇ ਰੱਖ ਕੇ ਮੈਂ ਤੁਹਾਡੇ ਤੋਂ ਖਿਮਾ ਜਾਚਨਾ ਲੈਣੀ ਆ। ਲੈਟ ਤਾਂ ਨਹੀਂ ਚੱਲਦੀ ਅੱਗੇ। ਔਰੰਗਜ਼ੇਬ ਬਾਦਸ਼ਾਹ ਦਾ ਰਾਜ ਹੈ, ਜਿਸ ਰਾਜੇ ਦੇ ਪ੍ਰਜਾ ਦੇ ਵਿੱਚ, ਜਿਸ ਰਾਜੇ ਦੇ ਰਾਜ ਦੇ ਵਿੱਚ ਪ੍ਰਜਾ ਸੁਖੀ ਨਾ ਹੋਵੇ ਤੇ ਸਾਧ ਸੰਗਤ ਜੀ ਉਹ ਦੁਨੀਆ ਤੇ ਰਾਜਾ ਕਹਿਲਾਉਣ ਦਾ ਲਾਇਕ ਨਹੀਂ ਹੁੰਦਾ। ਜਿਸ ਸਰਕਾਰ ਦੇ ਰਾਜ ਦੇ ਵਿੱਚ ਦੁਨੀਆ ਦੇ ਲੋਕ ਸੁਖੀ ਨਾ ਹੋਣ, ਉਹ ਸਰਕਾਰਾਂ ਕਹਿਲਾਉਣ ਦੀਆਂ, ਉਹ ਰਾਜ ਕਹਿਲਾਉਣ ਦੇ ਹੱਕਦਾਰ ਨਹੀਂ ਹੈ। ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕੇਵਲ ਤੋਂ ਕੇਵਲ ਮੁਸਲਮਾਨਾਂ ਦਾ ਰਾਜ ਹੋਵੇ ਤੇ ਸਾਰੇ ਪਾਸੇ ਅੱਲਾਹ ਦੀ ਨਮਾਜ਼ ਜਿਹੜੀ ਹੈ ਪੜ੍ਹੀ ਜਾਵੇ। ਪਰ ਇਹ ਕਰ ਲਿਆ ਕਿ ਮੈਂ ਜਿੰਨੇ ਹਿੰਦੂ ਨੇ ਉਹ ਸਾਰਿਆਂ ਹਿੰਦੂਆਂ ਨੂੰ ਮੈਂ ਮੁਸਲਮਾਨ ਬਣਾਉਣਾ ਹੈ। ਔਰੰਗਜ਼ੇਬ ਬਾਦਸ਼ਾਹ ਜਦੋਂ ਉਹਦਾ ਇਤਿਹਾਸ ਪੜ੍ਹੀਦਾ ਨਾ, ਬੜੇ ਹੈਰਾਨ ਹੋਈਦਾ। ਇਸ ਮਨੁੱਖ ਨੇ ਆਪਣੇ ਪਿਓ ਨੂੰ ਨਹੀਂ ਬਖਸ਼ਿਆ, ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਭਰਾ ਨੂੰ ਨਹੀਂ ਬਖਸ਼ਿਆ। ਇਸ ਰਾਜ ਦੀ ਖਾਤਰ ਆਪਣਾ ਪਿਓ, ਆਪਣਾ ਭਰਾ ਜਿਹੜਾ, ਉਹਨੂੰ ਵੀ ਖਤਮ ਕਰ ਦਿੱਤਾ। ਇਹ ਰਾਜ ਔਰੰਗਜ਼ੇਬ ਬਾਦਸ਼ਾਹ ਦਾ ਸੀ। ਔਰੰਗਜ਼ੇਬ ਬਾਦਸ਼ਾਹ ਇਹ ਮਨ ਵਿੱਚ ਗੱਲ ਬਣਾ ਕੇ ਬੈਠਾ ਸੀ, ਮਨ ਵਿੱਚ ਪਰਨ ਕਰੀ ਬੈਠਾ ਸੀ ਕਿ ਹਿੰਦੁਸਤਾਨ ਦੇ ਉੱਤੇ ਕੇਵਲ ਤੋਂ ਕੇਵਲ ਸਾਡਾ ਨਿਸ਼ਾਨ ਹੀ ਝੁੱਲੇ। ਹਿੰਦੁਸਤਾਨ ਦੇ ਉੱਤੇ ਕੋਈ ਮੰਦਿਰ ਨਹੀਂ ਰਹਿਣ ਦੇਣਾ। ਰਾਮ ਰਾਮ ਕਹਿਣ ਵਾਲਿਆਂ ਦੀਆਂ ਗੋਦੀਆਂ ਲਾ ਦੇਣੀਆਂ ਨੇ। ਤੇ ਇਤਿਹਾਸ ਕਹਿੰਦਾ ਵੀ ਰੋਜ਼ਾਨਾ ਦਾ 1.25 ਮਣ ਜੰਝੂ ਲਾ ਕੇ ਔਰੰਗਜ਼ੇਬ ਬਾਦਸ਼ਾਹ ਫਿਰ ਰੋਟੀ ਖਾਇਆ ਕਰਦਾ ਸੀ। ਪਰ ਗੁਰੂ ਦੇ ਪਿਆਰਿਓ, ਜਦੋਂ ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚੋਂ, ਔਰੰਗਜ਼ੇਬ ਦੇ ਰਾਜ ਦੇ ਵਿੱਚੋਂ ਇਹ ਹੁਕਮ ਹੁੰਦਾ ਕਿ ਜਿੰਨੇ ਦੁਨੀਆ ਦੇ ਮੰਦਿਰ ਨੇ, ਜਿੰਨੇ ਹਿੰਦੁਸਤਾਨ ਦੇ ਮੰਦਿਰ ਨੇ, ਸਾਰੇ ਢਾਏ ਜਾਣ, ਮਸਜਿਦਾਂ ਸਾੜਤੀਆਂ ਜਾਣ। ਕਿਵੇਂ ਮੁਗਲ ਫੌਜਾਂ ਨੇ ਹਿੰਦੂਆਂ ਦੇ ਉੱਤੇ, ਹਿੰਦੂ ਧਰਮ ਦੇ ਉੱਤੇ ਹਮਲਾ ਹੋਇਆ, ਇਉਂ ਕੀਤਾ। ਗਾ ਚੁੱਕੀਆਂ, ਮੁਗਲਾਂ ਤੇ ਗਾ ਚੁੱਕੀਆਂ। ਹਾਂ ਮੁਗਲਾਂ ਤੇ ਗਾ ਚੁੱਕੀਆਂ, ਬਹੁ ਮੰਦਰ ਢਾਏ। 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 ਅਫਗਨ ਖਾਂ ਕਸ਼ਮੀਰ ਦੇ ਫੜੇ ਆਹੁਲਾ
ਅਫਗਲ ਖਾਂ ਕਸ਼ਮੀਰ ਦੇ ਫੜ ਆਹੂ ਲਾਏ ਅਫਗਲ ਖਾਂ ਕਸ਼ਮੀਰ ਦੇ ਫੜ ਆਹੂ ਲਾਏ ਅਫਗਲ ਖਾਂ ਕਸ਼ਮੀਰ ਦੇ ਫੜ ਆਹੂ ਲਾਏ ਪੰਡਤ ਰਲ ਕਸ਼ਮੀਰ ਦੇ कश्मीर दे आनंदपुर आए पंडित रल कश्मीर दे आनंदपुर आए पंडित रल कश्मीर दे आनंदपुर आए पंडित रल कश्मीर दे आनंदपुर आए हो नाले बंदे हिंदू कुरला हिंदू कुरलाए नाले वंदे खून दे हिंदू कुरलाए धन बदल छाए औरंगजेबी जुल्म दे धन बदल छाए औरंगजेबी जुल्म दे धन बदल छाए औरंगजेबी जुल्म दे धन बदल छाए हो चरनी हो चरनी ठैपे ठैपे हो गुरा दे दुखिए कुरलाए चरनी ठैपे गुरा दे दुखिए कुरलाए चरनी ठैपे गुरा दे दुखिए कुरलाए चरनी ठैपे गुरा दे दुखिए कुरलाए दुखिए कुरलाए दुखिए कुरलाए औरंगजेब बादशाह ने अपनी जुबान दे विचों ये लफ्ज कढ़ दिते कहन लगा भी हिंदुस्तान दी धरती ते मैनू कोई मंदिर जिहड़ा नजर नहीं आना चाहिए। अमरनाथ की धरती ते एक बड़ा तगड़ा मंदिर बनाया गया उस समय ते
और रंग जे बादशाह दे कहण ते वो मंदिर ढा दिता है। एक कश्मीरी पंडित इकट्ठे हुए, परमानंद पंडित इन्हां दी गवाही करने वाला है। अपने अल्लाह नू, अपने खुदा नू, अपने राम नू याद किया कि साडे सिरां ते बोदियां नहीं रह जानियां, सही राम कहण जोगे नहीं रह जाना, साडे मंदिर जिहड़े ढा दिते जाणगे। अलाही नूर खुदा दे मालिक एक थां ते इकट्ठे होके इन्हां पंडितां ने रब के फरियाद की, कहण लगे है मालिक साडे ते रहम कर, चार्जर नहीं लियांदा मैं लियावां ਚੱਕ साडे ते किरपा कर, ਜਿਹੜਾ ਉਹ ਦੂਜਾ साडा धर्म जिहड़ा खतरे दे विच है इस नूं बचाया जावे। अगमी शक्ति ने, अगमी हुक्म ने, रब दे खुदा दे आवाज घर विचों आवाज आई, कहण लगे जे कोई तुहाडा धर्म बचा सकदा ते नौवां गुरु नानक गुरु तेग बहादुर महाराज जिहड़ा आनंदपुर साहिब दी पावन धरती ते विराजमान है। खालसा जी याद रखियो, मैं शुरू करने से पहले ये गल कही सी कि गुरु नानक देव महाराज ने जंजू पाउण तो ना कर दी क्योंकि धक्के नाल पाया जा रहा सी। ते गुरु तेग बहादुर पातशाह महाराज ने जिहड़े धक्के नाल जंजू नूं ला रहे सन, गुरु तेग बहादुर पातशाह ने धक्के नाल लाउण नहीं दिता। एक कश्मीरी पंडित इन्हां दा टोला इकट्ठा होया, मंजरा मारदे ये पहुंचते ने गुरु नानक दे घर गुरु तेग बहादुर पातशाह दे कोल श्री आनंदपुर साहिब दी पावन धरती ते। फरियादी हुंदे ने आके दोए कर जोड़ करो अरदास, खुद भावे तां आने रास। रब की अरदास की और खालसा जी याद रखियो, धर्म की रखिया करने वास्ते जिन्ने भी सूरमे, जिन्ने योधे जंग वास्ते चढ़े रहते पहला रब अगे अरदास की है। अरदास तो बिना कभी कोई कार्य पूरा ना होया ते ना हो सकता है। असी रब अगे गिले करते हैं, परमात्मा साडी अरदास नहीं पूरी करती, परमात्मा साडी अरदास सुनता नहीं। मैं कई बार बेनती करना होना, तुसी मंगण वाले मंगते बन जो, रब जिहड़ा है झोली च खैर पाउण लग्या मिंट नहीं जे लाउंदा। असी रब अगे अरदास करीदा, असी ग्रंथी सिंह तो अरदास कराईदा, किसी बाबे तो अरदास कराईदा, ते लांभा दिंदे आ कि बाबा जी साडी अरदास नहीं पूरी हुई। बाबे ने अरदास तो कर दी पर कराउण वाला अरदास जिहड़ा सी वो पूरा नहीं सी। वो तो मेरे वांगू किते पट्ठे पाउंदा पिया सी, किते माया दे लालच विच फसिया होया है, किते होर कारज विच फिरदा है। अरदास जिहड़ी है किवें पूरी हो सकती, नहीं हो सकती। जदों तक अरदास करन वाला, अरदास कराउण वाला रब दे अगे एकाग्रता बना के ना खड़े, उदों तक रब दे घर च अरदास पूरी नहीं होंदी। इन्हां पंडितां ने दुखी मन नाल रब अगे अरदास कीती ते रब ने अरदास सुन लई। इन्हां दा टोला कश्मीर की धरती तो तुरिया ते मंजिलां नूं तय करदा होया श्री आनंदपुर साहिब की पावन धरती ते पहुंचा, जिहड़ी तिन्ना पिंडां तो जमीन मुल लैके गुरु तेग बहादुर पातशाह ने आनंदपुर साहिब बसाया सीगा। खालसा जी याद रखियो, इस आनंदपुर साहिब का घर जिहड़ा है ना, इहदे नाल गुरु तेग बहादुर पातशाह महाराज दियां ते मेरे कलगीधर पातशाह महाराज दियां बड़ियां यादां जुड़ियां ने। जदों कश्मीरी पंडित गुरु तेग बहादुर पातशाह के कोल पहुंचते ने, नैना दे विच हंझू ने। गुरु तेग बहादुर पातशाह नूं नमस्कार कीती, चरनां च बैठ गए। फरियाद गुरु तेग बहादुर पातशाह महाराज के चरनां च है इउं करन लग्या।
ਸਿੰਗਲੇ ਸਾਧ ਵੀ ਕਦੇ ਬੇਆਵਾਜ਼ ਹੋ ਜਾਂਦੇ ਨੇ ਜਦੋਂ ਹਰੋਨ ਤੇ ਆਵੇ ਕਿਸਮਤ ਬੰਦੇ ਨੂੰ ਤੇ ਉਦੋਂ ਲਿਹਾਜ਼ ਵਾਲੇ ਵੀ ਬੇਲਿਹਾਜ਼ ਹੋ ਜਾਂਦੇ ਨੇ ਕਦੇ ਟਿਕਦੇ ਨੇ ਤਾਜ ਭਿਖਾਰੀਆਂ ਦੇ ਸਿਰ ਉੱਤੇ ਤੇ ਤਾਜਾਂ ਵਾਲੇ ਵੀ ਕਦੇ ਬੇਤਾਜ ਹੋ ਜਾਂਦੇ ਨੇ ਰਲ ਭੰਡਤ ਆਏ ਨੇ ਗਲ ਵਿੱਚ ਪੱਲਾ ਪਾਏ ਕੇ ਸਭ ਦੁਖੜੇ ਸੁਣਾਏ ਨੇ ਗਲ ਵਿੱਚ ਪੱਲਾ ਪਾ ਕੇ ਉਹ ਜ਼ੁਲਮ ਮਾਉਂਦਾ ਹੈ ਧੱਕੇ ਨਾਲ ਸਾਡੇ ਤੋਂ ਉਹ ਇਨ ਮਨਵਾਉਂਦਾ ਹੈ ਧੱਕੇ ਨਾਲ ਸਾਡੇ ਤੋਂ ਜ਼ੁਲਮ ਕਮਾਈ ਜਾਂਦਾ ਉਹ ਜ਼ੁਲਮ ਕਮਾਈ ਜਾਂਦਾ ਰੋਟੀ ਉਹ ਖਾਵੇ ਬਾਅਦ ਚੋਂ ਪਹਿਲਾਂ ਝੰਜੂ ਲਾਈ ਜਾਂਦਾ ਰੋਟੀ ਉਹ ਖਾਵੇ ਬਾਅਦ ਚੋਂ
ਹਾਂ ਆਏ ਸ਼ਰਨੀ ਸਾਡਾ ਧਰਮ ਬਚਾ ਲੋ ਜੀ ਤੁਸਾਂ ਦੇ ਹਾਂ ਆਏ ਸ਼ਰਨੀ ਸਾਡਾ ਧਰਮ ਬਚਾ ਲੋ ਜੀ ਤੁਸਾਂ ਦੇ ਹਾਂ ਆਏ ਸ਼ਰਨੀ कश्मीरी पंडित गुरु तेग बहादुर पातशाह महाराज के चरणों च बैठ के अपने मन की विਉਂਤ ਨੂੰ ਦੱਸਦੇ ਪਏ ਜਦੋਂ ਕੋਈ ਧਰਮ ਖਤਰੇ ਵਿੱਚ ਪੈ ਜਾਂਦਾ ਨਾ ਉਸ ਧਰਮ ਦੇ ਲੋਕਾਂ ਤੇ ਕੀ ਬੀਤਦੀ ਏ ਇਹ ਉਹ ਮਨੁੱਖ ਜਾਣਦੇ ਨੇ ਯਾਦ ਰੱਖਿਓ ਅੱਜ ਸਾਡਾ ਵੀ ਧਰਮ ਖਤਰੇ ਦੀ ਘੰਟੀ ਦੇ ਵਿੱਚ ਹੈ ਉਹਨਾਂ ਨੂੰ ਲੱਗਣਾ ਅਸੀਂ ਕਹਿ ਰਹੇ ਹੋ ਨਾ ਸਿੱਖ ਧਰਮ ਦੇ ਲੋਕ ਵੀ ਖਤਰੇ ਦੇ ਵਿੱਚ ਹਾਂ ਹਰ ਪਾਸੋਂ ਯਤਨ ਕੀਤਾ ਜਾ ਰਿਹਾ ਸਿੱਖ ਧਰਮ ਨੂੰ ਖਤਮ ਕਰਨ ਵਾਸਤੇ ਕੁਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਪਰ ਖਾਲਸਾ ਜੀ ਕਵੀ ਨੇ ਸੁੰਦਰ ਲੈਣਾ ਲਿਖੀਆਂ ਨੇ ਉਹ ਕਹਿੰਦਾ ਤੇਗ ਵਿੱਚੋਂ ਪੈਦਾ ਹੋਇਆ ਗਾਤਰੇ 'ਚ ਤੇਗ ਰੱਖੇ ਬਾਟੇ ਤੇ ਰਗੜ ਕੀਤਾ ਖੰਡਾ ਤੇਰੇ ਖਾਲਸੇ ਹੱਥ ਵਿੱਚ ਸੇਵਾ ਦੇ ਪੈਰਾਂ 'ਚ ਨਵਾਬੀਆਂ ਕੇਸਰੀ ਚਲਾਇਆ ਉੱਚਾ ਝੰਡਾ ਤੇਰੇ ਖਾਲਸੇ ਦਿਲ ਵਿੱਚ ਪਿਆਰ ਰਹਿੰਦੇ ਨੈਣਾਂ 'ਚ ਅਕਾਲ ਵਸੇ ਜ਼ੁਲਮ ਵਾਲਾ ਕੱਢ ਦਿੱਤਾ ਕੰਡਾ ਤੇਰੇ ਖਾਲਸੇ ਭਾਂਬਰ ਜ਼ੁਲਮ ਵਾਲਾ ਮਚਦਾ ਸੀ ਦਿਲਬਰ ਜੀ ਦੇ ਕੇ ਕੁਰਬਾਨੀ ਕੀਤਾ ਠੰਡਾ ਤੇਰੇ ਖਾਲਸੇ ਇਹਦੇ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਕੁਰਬਾਨੀ ਦਿੱਤੇ ਤੋਂ ਬਿਨਾਂ ਕਦੀ ਕੋਈ ਧਰਮ ਸੰਸਾਰ ਤੇ ਜਿਉਂਦਾ ਨਹੀਂ ਰਹਿ ਸਕਦਾ और मेरे खालसा जी इस कौम ते मेरे गुरु कलगीधर दी बड़ी वड्डी रहमत है आ कौम ते इस कौम नूं गुरु कलगीधर पातशाह ने सब तो पहला अपने गले नाल लाया है जे साडी कौम दे शहीद होए ने बाबा बचिੱਤਰ सिंह उन्हां दे पिता सत्कारयोग भाई मनी सिंह जी ये कोई लिस्ट ये कतार कोई छोटी मोटी नहीं बाबा बचिੱਤਰ सिंह जी 10 भरा सन याद रखियो जदों गुरु कलगीधर पातशाह ने आवाज मारी सी ना कि मैनू सिखां दे फौजां दी लोड़ है पहली कतार च भाई मनी सिंह उठ के 5 पुत्र अपने गुरु कलगीधर पातशाह की फौज शामिल करता है याद रखियो भाई उदय सिंह बचिੱਤਰ सिंह अनक सिंह अजैब सिंह ते गुरबख्श सिंह 5 पुत्र लैन ला के खिला दिंदा पातशाह जी 5 पुत्र मेरे खड़े ने भाई मनी सिंह कहता है नाल ये भी कहा सी समय आउण ते मैं सारा परिवार पातशाह जी तेरे चरणों च भेटा कर दियांगा होए ने चित्तर सिंह बचिੱਤਰ सिंह उदय सिंह अनक सिंह अजब सिंह जैब सिंह गुरबख्श सिंह बलवान सिंह बलराम सिंह देसा सिंह 10 पुत्र भाई मनी सिंह ने एक तार च खिलार के अपने शहीद करवाए ने उन्हां मर जीवड़ियां दी कौम है तुहाडे अंदर जज्बा पैदा होना चाहिए तुहानूं सिੱਖੀ तो कदे दूर नहीं होना चाहिए क्योंकि ये सिੱਖੀ बड़े महंगे मुल मिली है मता सोचो भी एवें मिल गई किसी ने थाल च पा के सानू दे दी है ये थाल च पा के नहीं मिली एक तारा लग के पहलों सीस धर तो कटाने पे ने तां सिੱਖੀ दा बूटा इस दुनिया ते लग्या है गुरु तेग बहादुर पातशाह के चरणों च कश्मीरी पंडितां ने फरियाद की मेरे गुरु साहब बैठे ने गोबिंद राय खेड़ते गुरु सतगुरां दे कोल आए कहन लगे पिता ये कौन ने सतगुरु कहन लगे एक कश्मीरी पंडित कश्मीर तो चल के आए ने औरंगजेब बादशाह ने ऐलान किया कि मैं हिंदू धर्म खत्म कर देना मैं सिर ते बोधियां नहीं रहन देनियां मंदिर जिहड़े ने मलिया मेड़ कर देंदे ने मैं हर धरती के कोने के उत्ते मसीतां उसार देनियां ने गोबिंद राय कहन लगे मेरे पातशाह पिता जी फिर इन्हां दा धर्म किवें बचेगा इन्हां दे धर्म बचन वास्ते कोई रस्ता होवेगा कोई उपाय तां होवेगा मेरे सतगुरु गुरु तेग बहादुर पातशाह अपनी जबान चो रसना चो बोले कहन लगे बेटा ये धर्म तां बच सकता है जे कोई महान आत्मा रबी रूप इन्हां दे धर्म च
ਧਰਮ ਦੇ ਖਾਤਰ ਆਪਣਾ ਸੀਸ ਔਰ ਰੰਗ ਜੀਵਨ ਨੂੰ ਭੇਟਾ ਕਰ ਦੇਵੇ ਤੇ ਇਹਨਾਂ ਦਾ ਧਰਮ ਬਚ ਸਕਦਾ ਹੈ। ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਕੋਲ ਖੜੇ ਨੇ, ਸੱਜੇ ਮੋਢੇ ਦੇ ਨਾਲ ਕਹਿਣ ਲੱਗੇ, ਮਹਾਰਾਜ ਪਿਤਾ ਜੀ, ਤੁਹਾਡੇ ਤੋਂ ਵੱਡੀ ਆਤਮਾ ਮੈਨੂੰ ਦੁਨੀਆ ਤੇ ਕੋਈ ਨਜ਼ਰ ਨਹੀਂ ਆਉਂਦੀ। ਨਾਲੇ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕਿ ਇਸ ਦਰ ਤੇ ਮੌਤ ਵੀ ਆ ਜੇ ਖਾਲੀ ਨਹੀਂ ਮੁੜਦੀ। ਕਸ਼ਮੀਰੀ ਪੰਡਤ ਆਏ ਨੇ, ਇਥੋਂ ਖਾਲੀ ਨਹੀਂ ਮੁੜਨੇ ਚਾਹੀਦੇ। ਮੇਰਾ ਮਨ ਕਰਦਾ ਕਿ ਤੁਸੀਂ ਜਾ ਕੇ ਕੁਰਬਾਨੀ ਦਿਓ। 9 ਸਾਲ ਦੀ ਉਮਰ ਇੱਕ ਪੁੱਤਰ ਆਪਣੇ ਪਿਤਾ ਨੂੰ ਕਹਿ ਰਿਹਾ ਕਿ ਪਿਤਾ ਜੀ ਤੁਸੀਂ ਕੁਰਬਾਨੀ ਦਿਓ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਹਾ, ਪੰਡਤਾਂ ਨੂੰ ਕਹਿਣ ਲੱਗੇ, ਜਾਓ ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ ਕਿ ਜੇ ਗੁਰੂ ਨਾਨਕ ਦਾ ਘਰ ਇਸਲਾਮ ਕਬੂਲ ਕਰਦਾ ਤੇ ਸਾਰੇ ਹਿੰਦੂ ਇਸਲਾਮ ਨੂੰ ਕਬੂਲ ਕਰ ਲੈਣਗੇ। ਖਾਲਸਾ ਜੀ, ਇਹ ਸੁਨੇਹਾ ਜਾ ਕੇ ਜਦੋਂ ਔਰੰਗਜ਼ੇਬ ਬਾਦਸ਼ਾਹ ਦੇ ਕੰਨਾਂ 'ਚ ਪਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਸ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਆਪ ਤਿਆਰ ਹੋਏ ਨੇ ਸੀਸ ਦੇਣ ਵਾਸਤੇ। ਜਦੋਂ ਯੋਧੇ ਚੜ੍ਹਦੇ ਨੇ ਨਾ, ਉਹ ਸ਼ਹੀਦ ਹੋਣ ਵਾਸਤੇ ਚੜ੍ਹਦੇ ਨੇ। ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਅਸੀਂ ਘਰ ਵਾਪਸ ਆਵਾਂਗੇ, ਉਹ ਸਿਰ ਤੇ ਖੱਫਰ ਬੰਨ੍ਹ ਕੇ ਤੁਰਦੇ ਨੇ। ਪਹਿਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਨਾਲ 3 ਸਿੱਖ ਤਿਆਰ ਹੋਏ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਮੇਰੇ ਪਾਤਸ਼ਾਹ ਤੁਰਦੇ ਆਗਰਾ ਦੀ ਧਰਤੀ ਤੇ ਗਏ, ਇੱਕ ਬਾਗ ਵਿੱਚ ਬੈਠੇ ਨੇ। ਇਤਿਹਾਸ ਮੈਂ ਲੰਬੇਰਾ ਨਾ ਕਰਾਂ ਕਿਉਂਕਿ ਸਾਡੀ ਕੌਮ ਦੇ ਮਹਾਨ ਕਵੀਸ਼ਰ, ਮੈਂ ਨਹੀਂ ਆਪਣਾ ਹਿੰਦੁਸਤਾਨ ਨਹੀਂ ਆਲ ਵੱਡ ਇਹਨਾਂ ਨੂੰ ਜਾਣਦਾ, ਸ਼੍ਰੋਮਣੀ ਕਵੀਸ਼ਰ ਜਿਹੜੇ ਸਦਾ ਅਮਰ ਰਹਿਣ ਵਾਲੇ ਜਰਨੈਲ ਸਿੰਘ ਜੀ ਸਭਰਾਵਾਂ ਵਾਲੇ, ਉਹਨਾਂ ਦਾ ਜਥਾ ਇੱਥੇ ਪਹੁੰਚਿਆ। ਭਾਈ ਪਿਆਰਾ ਸਿੰਘ ਜੀ ਜੋ ਸਾਡੇ ਗਵਾਂਢੀ ਨੇ ਆਲਾਂ ਵਾਲੇ, ਉਹਨਾਂ ਦਾ ਸਾਥ ਦੇ ਰਹੇ ਨੇ। ਇੱਕ ਦੋ ਚੀਜ਼ਾਂ ਕਹਿ ਕੇ ਮੈਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਤੱਕ ਪਹੁੰਚ ਕੇ ਮੈਂ ਸਮਾਪਤੀ ਕਰ ਦੇਣੀ। ਉਸ ਤੋਂ ਬਾਅਦ ਸਮਾਂ ਇਹਨਾਂ ਦਾ, ਕਿਉਂਕਿ ਜੇ ਮੈਂ ਰਸਤੇ 'ਚ ਛੱਡਾਂ ਤੇ ਫਿਰ ਵੀ ਆਨੰਦ ਜਿਹਾ ਨਹੀਂ ਬਣਨਾ। ਗੁਰੂ ਤੇਗ ਬਹਾਦਰ ਪਾਤਸ਼ਾਹ ਆਗਰੇ ਪਹੁੰਚਦੇ ਨੇ, ਇੱਥੇ ਬਾਗ ਵਿੱਚ ਬੈਠਦੇ ਨੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ 'ਚ ਆਜੜੀ ਅਰਦਾਸ ਕਰਦਾ, ਮਹਾਰਾਜ ਤੁਸੀਂ ਸ਼ਹੀਦੀ ਦੇਣੀ ਏ, ਤੁਹਾਡੇ ਤੇ ਸਰਕਾਰ ਨੇ ਨਾਮ ਰੱਖਿਆ ਏ, ਕਿਰਪਾ ਕਰੋ ਜੇ ਮੇਰੇ ਥਰੂ ਤੁਸੀਂ ਮੇਰੇ ਕਾਰਨ ਕਿਤੇ ਸਰਕਾਰ ਦੇ ਗ੍ਰਿਫਤਾਰ ਹੋ ਜਾਵੋ, ਮੈਂ ਆਪਣੀ ਲੜਕੀ ਦਾ ਵਿਆਹ ਕਰ ਲਾਂਗਾ, ਜਿਹੜਾ ਨਾਮ ਰੱਖਿਆ ਮੈਨੂੰ ਮਿਲ ਜਾਏਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਇੱਥੇ ਸਿੱਖ ਨੂੰ ਤਾਰਿਆ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਅੰਤਰ ਜਾਮੀ ਗੁਰੂ ਸਾਹਿਬਾਂ ਨੂੰ ਐਵੇਂ ਨਹੀਂ ਕਿਹਾ ਗਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਉਸ ਆਜੜੀ ਨੂੰ ਉਹਦਾ ਇਨਾਮ ਦਿਵਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੋਂ ਗ੍ਰਿਫਤਾਰ ਹੁੰਦੇ ਨੇ। ਫੌਜਾਂ ਲੈ ਕੇ ਗ੍ਰਿਫਤਾਰ ਕੀਤਾ ਜਾਂਦਾ ਹੈ। ਦਿੱਲੀ ਵਿੱਚ ਪਹੁੰਚਦੇ ਨੇ। ਦਿੱਲੀ ਪਹੁੰਚਣ ਤੋਂ ਪਹਿਲਾਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਭਾਈ ਕਲਿਆਣ ਜੀ ਹੋਏ ਨੇ, ਬਾਬਾ ਜੀਵਨ ਸਿੰਘ ਜੀ ਦੇ ਵੱਡ ਮੇਰੇ ਭਾਈ ਜੈਤਾ ਜੀ ਦੇ, ਜਿਨ੍ਹਾਂ ਨੂੰ ਪੜਦਾਦੇ ਜੀ ਵੀ ਕਿਹਾ ਜਾਂਦਾ ਹੈ। ਉਹਨਾਂ ਦੀ ਸਰਾਂ ਵਿੱਚ ਵੀ ਠਹਿਰੇ ਨੇ, ਉਹਨਾਂ ਦੀ ਸਰਾਂ ਅੱਜ ਵੀ ਮੌਜੂਦ ਹੈ। ਜਿਨ੍ਹਾਂ ਦੇ ਪੁੱਤਰ ਸੁਖ ਭਾਣ ਤੇ ਜਸ ਭਾਣ ਸਨ, ਜਾਂ ਉਹਨਾਂ ਦੇ ਪੁੱਤਰ ਜਿਹੜੇ ਸਨ ਸਦਾਨੰਦ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੇਲੇ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਹੈ। ਭਾਈ ਸੰਗਤ ਸਿੰਘ ਜੀ ਹੋਣੀ, ਇਹ ਭਾਈ ਕਲਿਆਣ ਜੀ ਦੀ ਅੰਸ਼ ਬੰਸ ਸਨ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਗ੍ਰਿਫਤਾਰ ਕਰਕੇ ਲਿਜਾਇਆ ਜਾਂਦਾ ਹੈ। ਇੱਕ ਪਿੰਜਰਾ ਤਿਆਰ ਕੀਤਾ ਜਾਂਦਾ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਕੈਦ ਕੀਤਾ ਜਾਂਦਾ ਹੈ। ਪਿੰਜਰਾ ਇਹੋ ਜਿਹਾ ਤਿਆਰ ਕੀਤਾ ਉਹਨਾਂ ਨੇ, ਰੱਤੀ ਭਾਰੀ ਸਰੀਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਾ ਇੱਧਰ ਹੋ ਸਕਦਾ ਨਾ ਉੱਧਰ ਹੋ ਸਕਦਾ, ਟਿੱਕੀਆਂ ਸੂਮਾਂ ਲਾ ਕੇ ਉਸ ਪਿੰਜਰੇ ਨੂੰ ਤਿਆਰ ਕਰਵਾਇਆ ਜਾਂਦਾ ਹੈ। ਤੇ ਖਾਲਸਾ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਪਿੰਜਰੇ 'ਚ ਬੈਠੇ ਨੇ ਔਰ ਗੁਰੂ ਦੇ ਪਿਆਰੇ ਸਿੱਖ ਜਿਹੜੇ ਨਾਲ ਗਏ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਅੱਜ ਤੱਕ ਦੀ ਘੜੀ ਅਸੀਂ ਕਹਿੰਦੇ ਨਾ ਤਿੰਨਾਂ ਚੋਂ ਨਾ ਕਿਹੜਾ ਰਾਣੇ ਨੂੰ ਬੰਦਾ ਤਿੰਨਾਂ ਚੋਂ ਮਾਰਦੇ ਉੱਥੇ ਤਿੰਨਾਂ ਚੋਂ ਭਾਵ ਵਿੱਚ ਗੁਰੂ ਤੇਗ ਬਹਾਦਰ ਬੈਠਾ ਨਹੀਂ ਜਾਂਦਾ ਮੇਰੇ ਸਾਥ ਛੱਡ ਕੇ ਨਹੀਂ ਆਏ। ਭਾਈ ਮਤੀ ਦਾਸ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਮਣੇ ਲਿਆ ਕੇ ਬਿਠਾਇਆ ਗਿਆ। ਕਾਰਨ ਇਹ ਸੀ ਕਿ ਮਤੀ